ਭੂਰਿਆਂ ਵਾਲੇ ਰਾਜੇ ਕੀਤੇ ਭਾਗ 34 ਅੰਮ੍ਰਿਤਸਰ ਸ਼ਾਹੀ ਕਬਜ਼ੇ ਵਿੱਚ ਅਤੇ ਦੀਵਾਨ ਲਖਪਤ ਰਾਏ ਦਾ ਕੁਕਰਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੋਜ਼ ਦੀਆਂ ਸ਼ਿਕਾਇਤਾਂ ਤੇ ਸਿੰਘਾਂ ਦੀਆਂ ਦਿਨ ਬ ਦਿਨ ਵੱਧਦੀਆਂ ਕਾਰਵਾਈਆਂ ਤੋਂ ਖਾਨ ਬਹਾਦਰ ਬਹੁਤ ਦੁਖੀ ਸੀ। ਇਸ ਪਰੇਸ਼ਾਨੀ ਦੀ ਹਾਲਤ ਵਿੱਚ ਇੱਕ ਦਿਨ ਉਸਨੇ ਸਿਆਣੇ ਮੌਲਵੀਆਂ, ਕਾਜ਼ੀਆਂ ਤੇ ਨਜ਼ੂਮੀਆਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਪੁੱਛਿਆ ਕਿ ਇਹ ਸਿੰਘ ਇੰਨੇ ਮਾਰ ਖਪਾਏ ਹਨ, ਘਰਾਂ ਘਾਟਾਂ ਤੋਂ ਕੱਢ ਛੱਡੇ ਹਨ, ਕਿਧਰੇ ਮੁੱਕਣ ਵਿੱਚ ਨਹੀਂ ਆਉਂਦੇ, ਸਗੋਂ ਰੋਜ਼-ਰੋਜ਼ ਵੱਧਦੇ ਹੀ ਜਾਂਦੇ ਹਨ। ਇਸ ਦਾ ਕੀ ਕਾਰਨ ਹੈ? ਤੁਸੀਂ ਦੱਸੋ ਕਿ ਇਹਨਾਂ ਨੂੰ ਕਿਵੇਂ ਮੁਕਾਇਆ ਜਾਵੇ। ਅੱਗੋਂ ਉਹਨਾਂ ਜਵਾਬ ਦਿੱਤਾ ਕਿ ਇਹਨਾਂ ਦਾ ਗੁਰੂ ਅੰਮ੍ਰਿਤਸਰ ਵਿਖੇ ਇੱਕ ਤਾਲਾਬ ਸਰੋਵਰ ਬਣਾ ਕੇ ਉਸ ਵਿੱਚ ਆਬੇ ਹਯਾਤ ਪਾ ਗਿਆ ਹੈ। ਉਥੋਂ ਨਹਾ ਕੇ ਤੇ ਆਬੇ ਹਯਾਤ ਪੀ ਕੇ ਅਮਰ ਹੋ ਜਾਂਦੇ ਹਨ। ਫਿਰ ਇਹ ਕਿਸੇ ਦੇ ਮਰਨ ਗੋਚਰੇ ਨਹੀਂ ਰਹਿ ਜਾਂਦੇ। ਇਹਨਾਂ ਦੇ ਨਾ ਮਰਨ ਤੇ ਵਧੀ ਜਾਣ ਦਾ ਇਹੋ ਕਾਰਨ ਹੈ। ਜੇ ਸਿੰਘਾਂ ਦਾ ਅੰਮ੍ਰਿਤਸਰ ਜਾਣਾ ਬੰਦ ਕਰ ਦਈਏ ਤਾਂ ਫਿਰ ਉਸ ਆਬੇ ਹਯਾਤ ਵਾਲੇ ਤਾਲਾਬ ਵਿੱਚ ਨਾ ਨਹਾ ਸਕਣਗੇ ਤੇ ਨਾ ਹੀ ਉਸ ਚੋਂ ਆਬੇ ਹਯਾਤ ਪੀ ਸਕਣਗੇ। ਫਿਰ ਇਹਨਾਂ ਵਿਰੁੱਧ ਕਿਸੇ ਮੁਹਿੰਮ ਦੀ ਲੋੜ ਨਹੀਂ, ਅੱਲਾ ਦੇ ਫਜ਼ਲ ਨਾਲ ਆਪਣੇ ਆਪ ਹੀ ਖਤਮ ਹੋ ਜਾਣਗੇ। ਮੌਲਵੀਆਂ, ਨਜ਼ੂਮੀਆਂ ਤੇ ਕਾਜ਼ੀਆਂ ਦੀ ਇਹ ਦਲੀਲ ਸੁਣ ਕੇ ਖਾਨ ਬਹਾਦਰ ਨੇ ਕਾਜ਼ੀ ਅਬਦੁਰ ਰਹਿਮਾਨ ਤੇ ਮੁਹੰਮਦ ਬਖਸ਼ ਨੂੰ 2000 ਸ਼ਾਹੀ ਫੌਜ ਦੇ ਕੇ ਅੰਮ੍ਰਿਤਸਰ ਨੂੰ ਕਬਜ਼ੇ ਵਿੱਚ ਲੈਣ ਲਈ ਭੇਜ ਦਿੱਤਾ। ਨਾਲ ਹੀ ਪਕਿਆਈ ਕੀਤੀ ਕਿ ਕੋਈ ਸਿੱਖ ਅੰਮ੍ਰਿਤਸਰ ਦੇ ਲਾਗੇ ਵੀ ਨਾ ਫਟਕਣ ਦਿੱਤਾ ਜਾਵੇ। ਉਹਨਾਂ ਆਉਂਦਿਆਂ ਹੀ ਸ਼ਹਿਰ ਤੇ ਕਬਜ਼ਾ ਕਰ ਲਿਆ ਤੇ ਸਰੋਵਰ ਦੁਆਲੇ ਸਖਤ ਪਹਿਰਾ ਬਿਠਾ ਦਿੱਤਾ ਕਿ ਕੋਈ ਸਿੱਖ ਉਸ ਵਿੱਚ ਇਸ਼ਨਾਨ ਨਾ ਕਰ ਸਕੇ ਜਾਂ ਉਸ ਚੋਂ ਅੰਮ੍ਰਿਤ ਨਾ ਪੀ ਸਕੇ। ਇਸ ਅਤੀ ਔਖ ਦੇ ਸਮੇਂ ਵੀ ਭਾਈ ਮਨੀ ਸਿੰਘ ਜੀ ਆਪਣੇ ਚੰਦ ਸਾਧੂ ਸੰਤ ਸਾਥੀਆਂ ਤੇ ਮੁਸਲਮਾਨ ਫਕੀਰਾਂ, ਜੋ ਭਾਈ ਸਾਹਿਬ ਜੀ ਦੇ ਵਿਸ਼ਾਲ ਹਿਰਦਾ, ਸਰਬ ਪ੍ਰੇਮੀ ਅਤੇ ਅੰਦਰੋਂ ਬਾਹਰੋਂ ਇੱਕ ਰੂਪ ਦੇ ਦੇਵੀ ਗੁਣਾਂ ਕਾਰਨ ਨਾਲ ਬੜੇ ਪਿਆਰ ਨਾਲ ਅੰਮ੍ਰਿਤਸਰ ਰਹਿੰਦੇ ਸਨ। 1721 ਈਸਵੀ ਤੋਂ ਦਰਬਾਰ ਸਾਹਿਬ ਦੀ ਸੇਵਾ ਕਰਦੇ ਆ ਰਹੇ ਸਨ ਤੇ ਲੰਗਰ ਵੀ ਚਲਾ ਰਹੇ ਸਨ। ਇਹਨਾਂ ਦਾ ਪੁਸ਼ਾਕਾ ਸਿੱਧਾ ਸਾਦਾ ਤੇ ਸਫੈਦ ਦਸਤਾਰ ਸਾਧੂਆਂ ਵਾਲਾ ਸੀ। ਰਾਠ ਸਿੰਘਾਂ ਦੇ ਬਸਤਰਾਂ ਤੇ ਖਾਸ ਕਰ ਦਸਤਾਰ ਦਾ ਫਰਕ ਸੀ। ਸ੍ਰੀ ਦਰਬਾਰ ਸਾਹਿਬ ਤੇ ਕਬਜ਼ਾ ਹੋ ਜਾਣ ਤੇ ਵੀ ਇਹਨਾਂ ਨੂੰ ਜਾਂ ਇਹਨਾਂ ਦੇ ਨਿਰਮਲੇ ਉਦਾਸੀ ਸਾਥੀਆਂ ਨੂੰ ਕਿਸੇ ਨੇ ਕੁਝ ਨਾ ਕਿਹਾ। ਕਾਜ਼ੀ ਅਬਦੁਰ ਰਹਿਮਾਨ ਬੜਾ ਮੁਤਸਬੀ ਤੇ ਸਿੰਘਾਂ ਦਾ ਵੱਡਾ ਵੈਰੀ ਸੀ। ਉਹ ਸਮਝੀ ਬੈਠਾ ਸੀ ਕਿ ਬਸ ਹੁਣ ਸਿੱਖ ਖਤਮ ਹੋਏ ਕਿ ਹੋਏ। ਇਸ ਨੇ ਇੱਕ ਦਿਨ ਲੋਕਾਂ ਵਿੱਚ ਖਲੋ ਕੇ ਕਿਹਾ, ਜੇ ਕੋਈ ਸਿੰਘ ਹੁਣ ਅੰਮ੍ਰਿਤਸਰ ਆਣ ਕੇ ਇਸ਼ਨਾਨ ਕਰ ਜਾਏ ਤਾਂ ਮੈਂ ਉਸ ਨੂੰ ਅਸਲ ਸਿੰਘ ਸਮਝਾਂਗਾ, ਨਹੀਂ ਤਾਂ ਇਹ ਨਿਰੋਲ ਗਿੱਦੜ ਹਨ। ਸਿੰਘ ਸ਼ੇਰ ਨਾਮ ਨੂੰ ਸਿਰਫ ਲਾਜ ਹੀ ਲਾ ਰਹੇ ਹਨ। ਕਾਜ਼ੀ ਦੀ ਇਹ ਹੰਕਾਰ ਭਰੀ ਬਕਵਾਸ ਉੜਦੀ ਉੜਦੀ ਖਾਲਸਾ ਦਲ ਵਿੱਚ ਵੀ ਪਹੁੰਚ ਗਈ। ਸਿੰਘਾਂ ਦੀ ਜੂਹ ਵਿੱਚ ਕਾਜ਼ੀ ਦੀ ਬੜਕ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਤੇ ਸਰਦਾਰ ਥਰਾਜ ਭਾਈ ਮਨੀ ਸਿੰਘ ਦਾ ਭਤੀਜਾ ਆਪਣੇ ਵਰਗਿਆਂ ਮਨ ਚਲੇ 50 ਸਿੰਘਾਂ ਦਾ ਜਥਾ ਲੈ ਕੇ ਇਸ਼ਨਾਨ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਨੂੰ ਤੁਰ ਪਏ। ਨੇੜੇ ਪਹੁੰਚ ਕੇ ਜਥੇ ਨੂੰ ਤਾਂ ਚਾਟੀਵਿੰਡ ਦਰਵਾਜ਼ਿਓਂ ਬਾਹਰ ਖਿਲਾਰ ਦਿੱਤਾ ਤੇ ਆਪ ਦੋਵੇਂ ਭੇਸ ਬਦਲ ਕੇ ਘੋੜਿਆਂ ਤੇ ਚੜੇ ਚੜਾਏ ਸਰੋਵਰ ਤੇ ਪੁੱਜੇ। ਅਜੇ ਰਾਤ ਦਾ ਪਿਛਲਾ ਪਹਿਰ ਭਾਵ ਅੰਮ੍ਰਿਤ ਵੇਲਾ ਹੀ ਸੀ। ਸ਼ਾਹੀ ਸੈਨਾ ਦੇ ਸਿਪਾਹੀ ਇਸ ਹੰਕਾਰ ਵਿੱਚ ਮਸਤ ਕਿ ਸਿੱਖਾਂ ਦੀ ਕੀ ਮਜਾਲ, ਨਜ਼ਦੀਕ ਵੀ ਫੜਕ ਜਾਣ। ਇਸ਼ਨਾਨ ਕਰਨਾ ਤਾਂ ਇੱਕ ਪਾਸੇ ਰਿਹਾ, ਆਪਣੇ ਤੰਬੂਆਂ ਵਿੱਚ ਬੇਫਿਕਰ ਸੁੱਤੇ ਪਏ ਸਨ। ਦੋਹਾਂ ਸਿੰਘਾਂ ਨੇ ਪਹਿਲਾਂ ਅੰਮ੍ਰਿਤ ਰੂਪੀ ਜਲ ਘੋੜਿਆਂ ਨੂੰ ਪਿਆਇਆ ਤੇ ਫਿਰ ਇਸ਼ਨਾਨ ਪਾਨ ਕੀਤਾ। ਦਰਬਾਰ ਸਾਹਿਬ ਨੂੰ ਦੂਰੋਂ ਹੀ ਨਮਸਕਾਰ ਕੀਤਾ ਤੇ ਜੈਕਾਰੇ ਛੱਡਦੇ ਘੋੜਿਆਂ ਤੇ ਸਵਾਰ ਹੋ ਕਾਜ਼ੀ ਨੂੰ ਵੰਗਾਰਦੇ ਹੋਏ ਕਿ ਤੇਰੇ ਕੋ ਥਾਂ ਲੱਗਦੇ ਜਵਾਈ, ਅਸੀਂ ਇਸ਼ਨਾਨ ਕਰ ਚੱਲੇ ਹਾਂ। ਬਣ ਪਿਓ ਦਾ ਪੁੱਤ ਤੇ ਹੋ ਸ਼ੇਰਾਂ ਦੇ ਸਾਹਮਣੇ। ਘੂਕ ਸੁੱਤਿਆਂ ਜਦ ਅਚਨਚੇਤ ਜੈਕਾਰੇ ਸੁਣੇ, ਸ਼ਾਹੀ ਸੈਨਾ ਵਿੱਚ ਹਲਚਲ ਮਚ ਗਈ। ਬਚ ਜੋ ਬਚ ਜੋ, ਸਿੰਘ ਆ ਗਏ, ਸਿੰਘ ਆ ਪਏ ਦੇ ਆਵਾਜ਼ਾਂ ਨਾਲ ਭਗਦੜ ਮਚ ਗਈ। ਜਿਸ ਪਾਸੇ ਕਿਸੇ ਦਾ ਮੂੰਹ ਹੋਇਆ ਸ਼ੂਟਾਂ ਲਾ ਗਿਆ। ਕਾਜ਼ੀ ਅਬਦੁਰ ਰਹਿਮਾਨ ਵੀ ਘਬਰਾ ਗਿਆ, ਪਰ ਦੂਜਿਆਂ ਤੋਂ ਆਪਣਾ ਡਰ ਤੇ ਬੁਜ਼ਦਿਲੀ ਲੁਕਾਉਣ ਲਈ ਭੱਜਦਿਆਂ ਮੁਸਲਮਾਨਾਂ ਨੂੰ ਹੱਲਾਸ਼ੇਰੀ ਦਿੰਦਾ ਹੋਇਆ ਲਲਕਾਰਨ ਲੱਗਾ ਕਿ ਗਾਜ਼ੀਓ ਭੱਜੋ ਨਾ, ਸਿੰਘ ਥੋੜੇ ਹੀ ਹਨ, ਤਕੜੇ ਹੋ ਕੇ ਫੜ ਲਓ, ਨਿਕਲ ਨਾ ਜਾਣ।
ਸਿੰਘ ਜੇ ਚਾਹੁੰਦੇ ਤਾਂ ਚੁੱਪਚਾਪ ਹਨੇਰੇ ਵਿੱਚ ਅਲੋਪ ਹੋ ਸਕਦੇ ਸਨ, ਪਰ ਉਹਨਾਂ ਨੇ ਮਤਾ ਪਕਾ ਲਿਆ ਸੀ ਕਿ ਖਾਲੀ ਨਾ ਮੁੜੀਏ, ਕਾਜ਼ੀ ਨੂੰ ਸਿੰਘਾਂ ਵਾਲਾ ਨਜ਼ਾਰਾ ਵਿਖਾ ਕੇ ਹੀ ਜਾਈਏ। ਕੀ ਕਹੇਗਾ ਕਿ ਚੁੱਪ ਚਪੀਤੇ ਇਸ਼ਨਾਨ ਕਰਕੇ ਚਲੇ ਗਏ। ਚਾਟੀਵਿੰਡ ਦਰਵਾਜ਼ਿਓਂ ਬਾਹਰ ਹੋ ਕੇ ਜੈਕਾਰੇ ਛੱਡੇ। ਕਾਜ਼ੀ ਤੇ ਉਸ ਦਾ ਪੁੱਤਰ ਫੌਜ ਨੂੰ ਡੁੱਕਰ ਕੇ ਉਸ ਪਾਸੇ ਵੱਲ ਵਧੇ। ਉਹ ਦਰਵਾਜ਼ਿਓਂ ਬਾਹਰ ਨਿਕਲੇ ਹੀ ਸਨ ਕਿ ਤੇਗਾਂ ਸੂਤੀ ਤਿਆਰ ਖੜੇ ਸਿੰਘ ਵਧੇ ਆ ਰਹੇ ਦੁਸ਼ਮਣ ਤੇ ਸ਼ੇਰਾਂ ਵਾਂਗ ਝਪਟ ਪਏ। ਥੋੜਾ ਚਿਰ ਖੂਬ ਤਲਵਾਰ ਚੱਲੀ। ਸਿੰਘਾਂ ਆਪਣੀਆਂ ਰੀਝਾਂ ਲਾਈਆਂ। ਸ਼ਾਹੀ ਸੈਨਾ ਦੇ ਲਗਭਗ 100 ਦੇ ਕਰੀਬ ਆਦਮੀ ਫੱਟੜ ਹੋਏ ਜਾਂ ਮਾਰੇ ਗਏ। ਕਾਜ਼ੀ ਅਬਦੁਰ ਰਹਿਮਾਨ ਤੇ ਉਸ ਦਾ ਪੁੱਤਰ ਵੀ ਮਾਰੇ ਗਏ। ਚਾਨਣ ਹੋਣ ਤੋਂ ਪਹਿਲਾਂ ਹੀ ਸਿੰਘ ਛੂਟ ਮਾਰ ਕੇ ਜੰਗਲ ਵਿੱਚ ਜਾ ਵੜੇ। ਸ਼ਾਹੀ ਸੈਨਾ ਨੂੰ ਹਿੰਮਤ ਨਾ ਹੋਈ ਕਿ ਸਿੰਘਾਂ ਦਾ ਪਿੱਛਾ ਕਰਨ ਲਈ ਜੰਗਲ ਵਿੱਚ ਜਾਵੇ। ਜੰਗਲ ਵਿੱਚ ਵੜਨਾ ਤਾਂ ਉਹਨਾਂ ਨੂੰ ਮੌਤ ਵਿਖਾਲੀ ਦਿੰਦਾ ਸੀ। ਫੜਾ ਮਾਰਨ ਵਾਲੇ ਕਾਜ਼ੀ ਨੇ ਆਪ ਤਾਂ ਮਰਨਾ ਹੀ ਸੀ, ਨਾਲ ਪੁੱਤ ਨੂੰ ਵੀ ਲੈ ਡੁੱਬਾ। 100 ਕੁ ਹੋਰ ਬੰਦੇ ਸਿੰਘ ਚੀਰ ਪਾੜ ਕੇ ਸੁੱਟ ਗਏ ਸਨ। ਜਦ ਇਸ ਘਟਨਾ ਦੀ ਖਬਰ ਲਾਹੌਰ ਪੁੱਜੀ ਤਾਂ ਜ਼ਕਰੀਆ ਖਾਨ ਨੇ ਗਸ਼ਤੀ ਫੌਜ ਦੀ ਗਿਣਤੀ ਬਹੁਤ ਵਧਾ ਦਿੱਤੀ। ਅਫਸਰਾਂ ਨੂੰ ਡਾਢੀ ਸਖਤੀ ਕਰਨ ਦੇ ਹੁਕਮ ਦਿੱਤੇ। ਸਿੰਘਾਂ ਦੀ ਗਿਣਤੀ ਫੌਜ ਦੇ ਮੁਕਾਬਲੇ ਵਿੱਚ ਬਹੁਤ ਥੋੜੀ ਸੀ। ਸਿੰਘ ਵਕਤ ਵਿਚਾਰ ਕੇ ਦਰਿਆ ਸਤਲੁਜ ਟੱਪ ਕੇ ਮਾਲਵੇ ਨੂੰ ਚਲੇ ਗਏ ਤੇ ਲੁੱਟ ਮਾਰ ਕਰਦੇ ਹੋਏ ਹਾਂਸੀ ਹਿਸਾਰ ਤੱਕ ਇਲਾਕੇ ਸੁੱਕ ਮਾਂਜ ਕਰ ਦਿੱਤੇ। ਲਾਹੌਰੋਂ ਚੜ੍ਹ ਕੇ ਆਈ ਗਸ਼ਤੀ ਫੌਜ ਸਿੰਘਾਂ ਦਾ ਤਾਂ ਕੁਝ ਨਾ ਵਿਗਾੜ ਸਕੀ, ਪਰ ਮਾਝੇ ਰਿਆੜਕੀ ਵਿੱਚ ਉਹਨਾਂ ਦੇ ਸਾਕ ਸੰਬੰਧੀਆਂ ਉੱਤੇ ਬੜਾ ਕਸ ਪਾਇਆ, ਬੜੇ ਜ਼ੁਲਮ ਕੀਤੇ, ਘਰ-ਬਾਰ ਲੁੱਟ-ਪੁੱਟ ਲਏ। ਇਹ ਘਟਨਾਵਾਂ ਸੰਮਤ 1794 ਬਿਕਰਮੀ ਮੁਤਾਬਕ 1734 ਈਸਵੀ ਦੀਆਂ ਹਨ। ਦੀਵਾਨ ਲਖਪਤ ਰਾਏ ਦਾ ਕੁਕਰਮ। ਲਾਹੌਰੋਂ ਦੀਵਾਨ ਲਖਪਤ ਰਾਏ ਨੂੰ ਸਖਤ ਹਦਾਇਤ ਦੇ ਕੇ ਭੇਜਿਆ ਗਿਆ ਕਿ ਅੰਮ੍ਰਿਤਸਰ ਦਾ ਕਰੜਾ ਪ੍ਰਬੰਧ ਕਰੇ। ਇਹ ਮੁਸਲਮਾਨਾਂ ਨਾਲੋਂ ਵਧੇਰੇ ਹੀ ਮੁਗਲ ਰਾਜ ਦਾ ਖੈਰਖਾਹ ਤੇ ਵਫਾਦਾਰ ਸੀ। ਭਤੀਜੇ ਦਾ ਵੀ ਦੁੱਖ ਸੀ ਜੋ ਹੁਜਰਾ ਸ਼ਾਹ ਮੁਕੀਮ ਦੀ ਲੜਾਈ ਵਿੱਚ ਸਿੰਘਾਂ ਹੱਥੋਂ ਮਾਰਿਆ ਗਿਆ ਸੀ। ਇਸ ਨੇ ਚਾਹਿਆ ਕਿ ਪਹਿਲਿਆਂ ਨਾਲੋਂ ਜ਼ਿਆਦਾ ਕਰ ਵਿਖਾਵੇ। ਇਸ ਨੇ ਸਿੰਘਾਂ ਦੇ ਇਸ਼ਨਾਨ ਪਾਨ ਦਾ ਰੇੜਕਾ ਹੀ ਮੁਕਾ ਦੇਣ ਦੀ ਧਾਰ ਕੇ ਸਰੋਵਰ ਮਿੱਟੀ ਘੱਟੇ ਨਾਲ ਪੁਰਮਾਉਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰਾ ਸਰੋਵਰ ਪੂਰ ਦਿੱਤਾ ਗਿਆ। ਉਥੋਂ ਦਾ ਅਫਸਰ ਕਾਜ਼ੀ ਅਬਦੁਲ ਰਜ਼ਾਕ ਨੂੰ ਥਾਪਿਆ। ਇਹ ਬੜਾ ਜਨੂਨੀ ਕਿਸਮ ਦਾ ਮੁਸਲਮਾਨ ਸੀ। ਇਸ ਨੇ ਸਰਕਾਰ ਨੂੰ ਤਜਵੀਜ਼ ਦਿੱਤੀ ਕਿ ਸਰੋਵਰ ਪੂਰ ਕੇ ਦਰਬਾਰ ਸਾਹਿਬ ਢਾਹ ਕੇ ਇੱਥੇ ਸ਼ਹਿਰ ਦੇ ਮੁਸਲਮਾਨਾਂ ਲਈ ਈਦਗਾਹ ਬਣਾ ਦਿੱਤੀ ਜਾਵੇ। ਦੀਵਾਨ ਲਖਪਤ ਰਾਏ ਨੇ ਇਸ ਨੂੰ ਚੰਗੀ ਹੱਲਾਸ਼ੇਰੀ ਦਿੱਤੀ ਕਿ ਇਸ ਕੰਮ ਦੀ ਪੂਰਤੀ ਲਈ ਸਰੋਵਰ ਮੁੰਦਣ ਦਾ ਕੰਮ ਮੱਠਾ ਨਾ ਹੋਣ ਦਿੱਤਾ ਜਾਵੇ। ਭਾਈ ਮਨੀ ਸਿੰਘ ਜੀ ਨੇ ਆਪਣਾ ਪ੍ਰਚਾਰ ਜਾਰੀ ਰੱਖਿਆ ਸੀ। ਜਦ ਕੋਈ ਮੁਸਲਮਾਨ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਆਉਂਦਾ ਤਾਂ ਉਸ ਨੂੰ ਬੜੀ ਹਲੀਮੀ ਤੇ ਮਿੱਠੀ ਬੋਲੀ ਨਾਲ ਸੰਤਾਂ ਸੂਫੀ ਫਕੀਰਾਂ ਵਾਲੀਆਂ ਗੱਲਾਂ ਬਿਨਾਂ ਪੱਖਪਾਤ ਦੇ ਸੁਣਾ ਕੇ ਮੋਮ ਕਰ ਲੈਂਦੇ, ਜਿਸ ਤੋਂ ਬੇਅਦਬੀ ਕਰਨੋਂ ਬਾਜ ਆ ਕੇ ਕੁਝ ਸੇਵਾ ਹੀ ਕਰ ਜਾਂਦਾ। ਉਹਨਾਂ ਦੀ ਸ਼ਖਸੀਅਤ ਬੜੀ ਕਸ਼ਿਸ਼ ਵਾਲੀ ਸੀ। ਨਿਰਮਲੇ ਸਾਧੂਆਂ ਵਾਲਾ ਫਕੀਰੀ ਵੇਸ, ਨੇਕ ਚਾਲ ਚੱਲਣ, ਬੜਾ ਪ੍ਰਭਾਵਸ਼ਾਲੀ ਖੂਬਸੂਰਤ ਤੇ ਸੁਰਖ ਚਿਹਰਾ, ਸਾਧੂ ਸੁਭਾਅ, ਬੜੀ ਮਿੱਠੀ ਜ਼ੁਬਾਨ, ਨਿਰਪੱਖ ਗੱਲਬਾਤ, ਨਾਲ ਨਿਰਮਲੇ ਉਦਾਸੀ ਮੁਸਲਮਾਨ ਫਕੀਰ ਦਾ ਰਹਿਣਾ, ਲੰਗਰ ਚੱਲਦਾ ਵੇਖ ਕੇ ਹਰ ਕੋਈ ਮੋਮ ਹੋ ਜਾਂਦਾ। ਇਸ ਤਰ੍ਹਾਂ ਕਈ ਢੰਗ ਉਪਾਅ ਕਰਕੇ ਭਾਈ ਸਾਹਿਬ ਦਰਬਾਰ ਸਾਹਿਬ ਦੀ ਸੇਵਾ ਕਰਦੇ ਰਹੇ। ਜਿਵੇਂ ਪਹਿਲਾਂ ਦੱਸਿਆ ਹੈ ਕਿ ਕਿਸੇ ਨੇ ਇਹਨਾਂ ਤੇ ਇਤਰਾਜ਼ ਨਾ ਕੀਤਾ, ਨਾ ਉਹਨਾਂ ਪ੍ਰਤੀ ਕਿਸੇ ਨੂੰ ਕੋਈ ਸ਼ੱਕ ਹੀ ਪਿਆ। ਭੂਰਿਆਂ ਵਾਲੇ ਰਾਜੇ ਕੀਤੇ। ਭਾਗ 34। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾਲ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।